ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਹਨ ਰਿਆਸਤ ਵਿੱਚ ਗਏ ਆ ਕਲਗੀਧਰ ਜੀ, ਉੱਥੇ ਮਹਾਰਾਜ ਨੇ ਜਾ ਕੇ ਸ਼ਿਕਾਰ ਖੇਡਿਆ। ਉੱਥੋਂ ਦੇ ਰਾਜਿਆਂ ਦੀ ਆਪਸ ਵਿੱਚ ਸੁਲ੍ਹਾ ਕਰਵਾਈ। ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ, ਇਹ ਆਪ ਜੀ ਜਾਣਦੇ ਹੋ। ਪਰ ਬਾਬਾ ਰਾਮ ਰਾਏ ਜੀ ਦੇ ਨਾਲ ਤੇ ਬਾਬਾ ਰਾਮ ਰਾਏ ਜੀ ਦੇ ਸ਼ਰਧਾਲੂ, ਉਹਨਾਂ ਨਾਲ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਮੇਲ ਹੋਇਆ, ਉਹਨਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਹੋ ਗਏ ਕਿ ਕੌਣ ਹਨ ਇਹ। ਤਾਂ ਉਦੋਂ ਬਾਬਾ ਰਾਮ ਰਾਏ ਜੀ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ, ਕਰਾਮਾਤ, ਇਹ ਜੋ ਮਹਾਬਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ, ਉਹਨਾਂ ਬਾਰੇ ਕਿਵੇਂ ਕਿਵੇਂ ਦੱਸਿਆ ਸੀ। ਤਾਂ ਆਓ ਜਾਣਦੇ ਹਾਂ ਜੀ, ਕਿਉਂਕਿ ਇਹ ਅਸੀਂ ਸਰਬੱਤ ਸੰਗਤਾਂ ਜਾਣਦੀਆਂ ਕਿ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ, ਉਹਦੀ ਕਚਹਿਰੀ ਵਿੱਚ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ। ਮਰਿਆ ਬੱਕਰਾ ਵੀ ਜਿਉਂਦਾ ਕੀਤਾ, ਖਾਧਾ ਹੋਇਆ ਦੱਸਿਆ, 2 ਚੰਦ ਦਿਖਾਏ। ਪਰ ਗੁਰੂ ਸਾਹਿਬ ਜੀ ਦੀ ਉਹ ਕਿਹੜੀ ਕਰਾਮਾਤ ਸੀ ਜਿਹਦੇ ਬਾਰੇ ਬਾਬਾ ਰਾਮ ਰਾਏ ਜੀ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ। ਤਾਂ ਆਓ ਜਾਣਦੇ ਹਾਂ ਜੀ ਇਹ ਪਾਵਨ ਇਤਿਹਾਸ। ਲੈ ਕੇ ਨਾਹਣ ਗੁਰੂ ਜਗਤੇਸ਼ ਹੁਕੋ, ਖੇਲ ਬੇ ਅਖੇਰ ਕੇ ਬਹਾਨੇ ਬਨ ਗਾਹਈ, ਫਿਰੈ ਦੂਰ ਲੋ ਹਜੂਰ ਸੋ ਬਖਾਨੇ ਬਾਕ, ਹੇਰੋ ਪ੍ਰਭ ਪੂਰਨ ਜਹਾਂ ਕੋ ਚਿਤ ਚਾਹਈ। ਸਤਿਗੁਰੂ ਮਹਾਰਾਜ ਕਲਗੀਧਰ ਜੀ ਸ਼ਿਕਾਰ ਖੇਡਣ ਵਾਸਤੇ ਸੰਘਣੇ ਜੰਗਲਾਂ ਵਿੱਚ ਜਾਂਦੇ ਆ। ਤੇ ਨਾਹਣ ਰਾਜ ਆ ਜਿਹੜਾ ਜੰਗਲਾਂ ਦਾ ਘਰ ਸੀਗਾ। ਜਮਨਾ ਕਿਨਾਰੇ ਉੱਚੀਆਂ ਨੀਵੀਆਂ ਥਾਵਾਂ ਉੱਤੇ ਚੀਲ, ਕੈਲ, ਦੇਵਦਾਰ ਤੋਂ ਬਿਨਾਂ ਹੋਰ ਉੱਚੇ ਉੱਚੇ ਬਹੁਤ ਸੋਹਣੇ ਸੋਹਣੇ ਦਰਖਤ ਬਣੇ ਹੋਏ ਸੀ। ਜਮਨਾ ਦੇ ਕਿਨਾਰੇ ਉੱਚੀਆਂ ਨੀਵੀਆਂ ਥਾਵਾਂ ਜਿਨ੍ਹਾਂ ਨੂੰ ਵੇਖ ਕੇ ਭੁੱਖ ਲੱਥਦੀ ਸੀ। ਮਹਾਰਾਜ ਨੇ ਮੇਦਨੀ ਪ੍ਰਕਾਸ਼ ਨੂੰ ਨਾਲ ਲੈ ਲਿਆ। ਸ਼ਿਕਾਰ ਖੇਡਣ ਵਾਸਤੇ ਗੁਰੂ ਮਹਾਰਾਜ ਨੇ ਜਾਣਾ ਕੀਤਾ। ਸ਼ਿਕਾਰ ਖੇਡਦੇ ਹੋਏ ਇੱਧਰ ਉੱਧਰ ਦੂਰ ਦੂਰ ਤੱਕ ਨਿਕਲ ਜਾਂਦੇ। ਸਵੇਰੇ ਸ਼ਾਮ ਨੂੰ ਦੀਵਾਨ ਲਾਉਂਦੇ ਮਹਾਰਾਜ, ਅੰਮ੍ਰਿਤ ਵੇਲੇ ਵੀ, ਸ਼ਾਮ ਨੂੰ ਰਹਿ ਰਾਸ ਸਮੇਂ ਸੰਗਤਾਂ ਨੂੰ ਉਪਦੇਸ਼ ਦਿੰਦੇ। ਛੇਵੇਂ ਪਾਤਸ਼ਾਹ ਜੀ ਨੂੰ ਇਹ ਅਸਥਾਨ ਬਹੁਤ ਸੁੰਦਰ ਲੱਗਿਆ। ਮਹਾਰਾਜ ਜੀ ਨੂੰ ਬਸੰਤ ਬਹਾਰ ਵਾਂਗ ਲੱਗਾ। ਜਿੱਧਰ ਜਾਂਦੇ ਕੁਦਰਤੀ, ਬਹੁਤ ਕੁਦਰਤ ਦਾ ਅਜਬ ਨਜ਼ਾਰਾ। ਕਈ ਐਸੀਆਂ ਢੇਰੀਆਂ ਸੀ ਜਿੱਥੇ ਸੁੰਦਰ ਸ਼ਹਿਰ ਵਸ ਸਕਦੇ ਸੀ। ਮਹਾਰਾਜ ਨੇ ਜੰਗਲ ਵਿੱਚ ਜਾ ਕੇ ਸ਼ੇਰਾਂ ਨੂੰ, ਹਿਰਨਾਂ ਨੂੰ ਸ਼ਿਕਾਰ ਖੇਡ ਕੇ ਉਹਨਾਂ ਨੂੰ ਪਸ਼ੂ ਦੀ ਜੂਨੀ ਤੋਂ ਮੁਕਤ ਕੀਤਾ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰਦੇ ਹੋਏ ਐਸੇ ਅਸਥਾਨ ਤੇ ਪੁੱਜੇ ਜਿਹਨੂੰ ਅੱਜ ਕੱਲ੍ਹ ਪਾਉਂਟਾ ਸਾਹਿਬ ਆਖਿਆ ਜਾਂਦਾ। ਇਹ ਅਸਥਾਨ ਨੂੰ ਦੇਖ ਕੇ ਮਹਾਰਾਜ ਥੋੜ੍ਹਾ ਚਿਰ ਸੋਚਦੇ ਰਹੇ। ਸਾਹਿਬ ਜੀ ਦਾ ਚਿਹਰਾ ਗੰਭੀਰ ਦੇਖ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ ਕੀ ਸੋਚ ਰਹੇ ਹੋ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਥੇ ਕੁਝ ਰਹਿਣ ਵਾਸਤੇ ਨਾ ਕੁਝ ਸਮਾਂ ਰਹਿਣਾ, ਕਿਲ੍ਹਾ ਰੂਪ ਮਕਾਨ ਤਿਆਰ ਕੀਤਾ ਜਾਵੇ। ਇਹ ਸੁੰਦਰ ਥਾਂ ਤੇ ਬਾਣੀ ਰਚੀ ਜਾਵੇ, ਪ੍ਰਾਚੀਨ ਗ੍ਰੰਥਾਂ ਨੂੰ ਵਿਚਾਰਿਆ ਜਾਵੇ। ਇਹ ਅਸਥਾਨ ਵਿੱਦਿਆ ਪੜ੍ਹਨ ਵਾਸਤੇ ਬਹੁਤ ਸੁੰਦਰ ਹੈ। ਮਹਾਰਾਜ ਨੇ ਜਦੋਂ ਬਚਨ ਕੀਤਾ ਵੀ ਕੋਈ ਪੂਰਬਲੇ ਜਨਮ ਦੀ ਪ੍ਰੀਤ ਤੇ ਸਾਂਝ ਅਸਾਂ ਨੂੰ ਖਿੱਚ ਪਾ ਰਹੀ ਹੈ, ਸ਼ਾਇਦ ਕਦੀ ਇੱਥੇ ਪਹਿਲਾਂ ਵੀ ਅਸਾਂ ਦਾ ਵਾਸਾ ਰਿਹਾ। ਉਦੋਂ ਫਿਰ ਰਾਜੇ ਨੇ ਆਖਿਆ, ਮਹਾਰਾਜ ਧੰਨ ਭਾਗ, ਜੇ ਤੁਸੀਂ ਇਹ ਅਸਥਾਨ ਨੂੰ ਭਾਗ ਲਾਓਗੇ, ਇਹ ਤੋਂ ਵੱਧ ਮੇਰੇ ਲਈ ਕੀ ਖੁਸ਼ੀ ਹੋ ਸਕਦੀ ਆ। ਹੁਕਮ ਕਰੋ, ਕਿਹੋ ਜਿਹੀ ਇਮਾਰਤ ਬਣਾਉਣੀ ਆ, ਕਿਹੋ ਜਿਹਾ ਕਿਲ੍ਹਾ ਚਾਹੀਦਾ, ਅਸੀਂ ਜ਼ਰੂਰ ਹੁਣੇ ਤਿਆਰ ਕਰਵਾਉਂਦੇ ਆ। ਆਪ ਹੱਥੀਂ ਸੇਵਾ ਕਰਾਂਗੇ। ਜਦੋਂ ਹੱਥੀਂ ਸੇਵਾ ਕਰਾਂਗੇ ਮਹਾਰਾਜ, ਇਹ ਹੱਥ ਸਾਡੇ ਸਫਲ ਹੋ ਜਾਣਗੇ। ਭਾਰੀ ਪੱਥਰਾਂ ਨੂੰ ਚੁੱਕ ਚੁੱਕ ਕੇ ਕੰਧਾਂ ਉੱਤੇ ਰੱਖਾਂਗੇ। ਮਿਹਰਾਂ ਹੋ ਗਈਆਂ, ਮੈਂ ਰੋਜ਼ ਨਿਹਾਲ ਹੋਇਆ ਕਰਾਂਗਾ। ਇਹ ਜੂਨ ਭਾਗਾਂ ਵਾਲੀ ਹੋ ਜਾਵੇਗੀ। ਰਾਜਾ ਮੇਦਨੀ ਪ੍ਰਕਾਸ਼ ਸਾਧ ਸੰਗਤ ਜੀ ਬੜਾ ਖੁਸ਼ ਹੋ ਗਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸਵੇਰ ਤੋਂ ਹੀ ਇਹ ਅਸਥਾਨ ਸਾਫ਼ ਹੋ ਜਾਵੇ ਤਾਂ ਬਿਹਤਰ ਹੋਵੇਗਾ। ਅਸੀਂ ਇੱਥੇ ਕੁਝ ਚਿਰ ਡੇਰਾ ਲਾਵਾਂਗੇ। ਇਹ ਅਕਾਲ ਪੁਰਖ ਦੀ ਆਗਿਆ ਹੈ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਰਹੇ। ਪਾਉਂਟਾ ਨਗਰ ਜਿਹੜਾ ਹੈ ਜਮਨਾ ਨਦੀ ਕਿਨਾਰੇ ਵਸਿਆ। ਸਾਧ ਸੰਗਤ ਜੀ, ਰਾਜਾ ਮੇਦਨੀ ਪ੍ਰਕਾਸ਼ ਉਹਨੇ ਸਾਰਾ ਨਗਰ ਸਤਿਗੁਰੂ ਮਹਾਰਾਜ ਜੀ ਦੀ ਇੱਛਾ ਤੇ ਛੱਡਿਆ। ਇਹ ਵੀ ਆਖ ਦਿੱਤਾ, ਮਹਾਰਾਜ ਜੀ ਜਿੰਨਾ ਸਮਾਂ ਰਹਿਣਾ ਰਹਿ ਸਕਦੇ ਹੋ। ਪਰ ਸਤਿਗੁਰੂ ਜੀ ਦੀ ਇੱਛਾ ਕੋਈ ਰਾਜ ਕਰਨ ਦੀ ਥੋੜ੍ਹੀ ਸੀ, ਨਾ ਹੀ ਇਲਾਕੇ ਮੱਲਣ ਦੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੇ ਜਾਂਦੇ ਆ,
ਇਹ ਪੌਂਟੇ ਦੇ ਇਲਾਕੇ ਵਿੱਚ ਜਮਨਾ ਦੇ ਆਰ ਪਾਰ ਨਾ ਬਾਬਾ ਰਾਮ ਰਾਏ ਜੀ, ਉਹਨਾਂ ਦੀ ਸਿੱਖੀ ਸੀਗੀ। ਸਾਰੇ ਹਿੰਦੂ ਉਹਨਾਂ ਨੂੰ ਗੁਰੂ ਮੰਨਦੇ ਸੀਗੇ। ਬਾਬਾ ਰਾਮ ਰਾਏ ਜੀ ਨੂੰ ਸਨਾਤਨ ਧਰਮ ਦੇ ਲੋਕ ਜਾਂ ਬਹੁਤ ਸਾਰੇ ਆਸੇ-ਪਾਸੇ ਦੇ ਪਹਾੜੀ ਲੋਕ ਆਪਣਾ ਗੁਰੂ ਮੰਨਦੇ ਸੀ। ਕਾਰਨ ਕੀ ਆ? ਕਾਰਨ ਸਾਧ ਸੰਗਤ ਜੀ ਸੀ ਕਰਾਮਾਤ। ਕਿਹੜੀ ਕਰਾਮਾਤ? ਜਿਹੜੀ ਉਹਨਾਂ ਨੇ ਦਿੱਲੀ ਦਿਖਾਈ ਸੀ ਔਰੰਗਜ਼ੇਬ ਨੂੰ। ਜਦੋਂ ਦਿਖਾਈ ਸੀ ਨਾ ਕਰਾਮਾਤ, ਦਿੱਲੀ ਦੀ ਜਿਹੜੀ ਸੰਗਤ ਸੀਗੀ, ਦਿੱਲੀ ਦੇ ਵਿੱਚ ਜਿਹੜੇ ਵਜ਼ੀਰ ਸੀਗੇ ਵੱਡੇ ਵੱਡੇ ਉਮਰਾਵ, ਔਰੰਗਜ਼ੇਬ ਆਪ ਹੈਰਾਨ ਰਹਿ ਗਿਆ ਸੀ ਵੀ ਮਰਿਆ ਬੱਕਰਾ ਜਿਉਂਦਾ ਕਰਤਾ, ਕਮਾਲ ਦੀ ਗੱਲ ਆ। ਤਾਂ ਏਡੂ ਵੱਡੀ ਚੀਜ਼ ਕੀ ਹੋ? ਅੱਜ ਵੀ ਕੋਈ ਜਾਦੂਗਰ ਜਦੋਂ ਇਸ ਤਰ੍ਹਾਂ ਦੀ ਕੋਈ ਕਲਾ ਦਿਖਾਉਂਦੇ ਆ ਨਾ ਤੇ ਬੰਦਾ ਹੈਰਾਨ ਹੋ ਜਾਂਦਾ। ਪਰ ਬਾਬਾ ਰਾਮ ਰਾਏ ਜੀ ਕੋਲ ਰਿੱਧੀਆਂ ਸਿੱਧੀਆਂ ਸੀ ਜੋ ਗੁਰੂ ਘਰ ਤੋਂ ਹੀ ਉਹਨਾਂ ਨੂੰ ਮਿਲੀਆਂ ਸੀ, ਪਰ ਉਹਨਾਂ ਨੇ ਇਹਦਾ ਇਸਤੇਮਾਲ ਕੀਤਾ ਆਪਣਾ ਦੁਨੀਆ 'ਚ ਨਾਮ ਕਰਵਾਉਣ ਲਈ। ਇਹ ਚੀਜ਼ਾਂ ਨੂੰ ਸਾਧੂ ਸਬਰ ਨਾਲ ਰੱਖਦੇ ਹੁੰਦੇ ਆ। ਤਾਂ ਉਦੋਂ ਫਿਰ ਉਹਨਾਂ ਦੇ ਇੱਥੇ ਕਾਫੀ ਲੋਕ ਜਿਹੜੇ ਆ ਇਹਨਾਂ ਦੇ ਸਿੱਖ ਬਣ ਗਏ, ਇਹਨਾਂ ਦੇ ਸ਼ਰਧਾਲੂ ਬਣ ਗਏ। ਹੁਣ ਜਦੋਂ ਮਹਾਰਾਜ ਇੱਥੇ ਗਏ ਆ ਨਾ, ਬਾਬਾ ਰਾਮ ਰਾਏ ਜੀ ਤਾਂ ਆਪ ਦੇਹਰਾਦੂਨ ਰਹਿੰਦੇ ਹੁੰਦੇ ਸੀ, ਪਰ ਇਹਨਾਂ ਦੇ ਸਿੱਖ ਇੱਥੇ ਵਸਦੇ ਸੀ। ਇਸ ਕਰਕੇ ਜਿੱਥੇ ਆਪ ਦਾ ਮੰਦਰ ਆ, ਅਜੇ ਤੱਕ ਉੱਥੇ ਉਹਦੇ ਨਾਂ ਲੱਖਾਂ ਰੁਪਈਆਂ ਦੀ ਜਗੀਰ ਆ। ਪੌਂਟਾ ਸਾਹਿਬ ਦੇ ਚਗਿਰਦੇ ਹਿੰਦੂ ਜਿਹੜੇ ਸੀ ਨਾ, ਕੁਝ ਸਨਾਤਨੀਏ ਧਰਵਕ ਗਏ। ਮਹਾਰਾਜ ਦਾ ਜਦੋਂ ਆਉਣਾ ਦੇਖਿਆ ਉਹ ਭੱਜੇ ਦੇਹਰਾਦੂਨ ਬਾਬਾ ਰਾਮ ਰਾਏ ਜੀ ਦੇ ਕੋਲ, ਤੇ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗੇ ਜੀ ਵੀ ਆਨੰਦਪੁਰ ਤੋਂ ਆਏ ਆ ਕੋਈ, ਉਹਨਾਂ ਦਾ ਨਾਮ ਗੋਬਿੰਦ ਰਾਏ ਆ। ਇਹ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਆ। ਕਲਗੀ ਉਹਨਾਂ ਦੇ ਸੀਸ ਤੇ ਆ। ਸੋਹਣੇ ਨੌਜਵਾਨ ਗੱਭਰੂ ਨੇ, ਰੱਬੀ ਨੂਰ ਚਿਹਰੇ ਤੇ ਆ। ਬਰਕਤਾਂ ਰਿੱਧੀਆਂ ਸਿੱਧੀਆਂ, ਇਉਂ ਲੱਗਦਾ ਵੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜੀਆਂ। 700 ਦੇ ਲਗਭਗ ਉਹਨਾਂ ਨਾਲ ਸਿੱਖ ਸੇਵਕ ਆਏ ਹੋਏ ਆ, ਜਿਨ੍ਹਾਂ ਕੋਲ ਘੋੜੇ ਵੀ ਆ ਤੇ ਸ਼ਸਤਰ ਵੀ ਆ। ਤਾਂ ਬਾਬਾ ਰਾਮ ਰਾਏ ਜੀ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਜਦੋਂ ਦਸੀਆਂ, ਝੱਟ ਜਾਣਗੇ ਵੀ ਇਹ ਸ਼ਸਤਰ ਬਸਤਰ ਘੋੜੇ ਕਿਹਨਾਂ ਕੋਲ ਹੋ ਸਕਦੇ ਆ। ਤਾਂ ਉਹਨਾਂ ਕੋਲ ਘੋੜੇ ਬਸਤਰ ਸ਼ਸਤਰ ਸ਼ਿਕਾਰ ਵੀ ਖੇਡਦੇ ਆ। ਇਸ ਤਰ੍ਹਾਂ ਲੋਕ ਜਿਹੜੇ ਆ ਕੇ ਦੱਸ ਰਹੇ ਆ। ਬਾਬਾ ਰਾਮ ਰਾਏ ਜੀ ਦੇ ਚਿੱਤ 'ਚ ਪਤਾ ਨਹੀਂ ਕੀ ਆਇਆ, ਨਹੀਂ ਅੱਗੇ ਤਾਂ ਉਹ ਗੁੱਸੇ ਹੋ ਜਾਂਦੇ ਸੀ ਨਿੱਕੀ ਨਿੱਕੀ ਗੱਲ ਤੇ, ਕਈ ਵਾਰੀ ਕ੍ਰੋਧੀ ਹੋ ਜਾਣਾ ਵੀ ਕੌਣ ਆ ਜਿਹੜਾ ਸਾਡੇ ਇਲਾਕੇ 'ਚ ਆ ਗਿਆ। ਉਹਨਾਂ ਨੇ ਕੋਈ ਨਿੰਦਿਆ ਨਹੀਂ ਕੀਤੀ, ਕੋਈ ਘਿਰਨਾ ਨਹੀਂ ਕੀਤੀ, ਨਫ਼ਰਤ ਨਹੀਂ ਕੀਤੀ, ਸਗੋਂ ਖੁਸ਼ ਹੋ ਗਏ। ਮੁਖੀਆਂ ਨੂੰ ਕਿਹਾ, ਸੱਦਿਆ ਵੀ ਜਾਓ ਇਉਂ ਕਰੋ, ਉਹਨਾਂ ਦੀ ਸੇਵਾ ਕਰੋ। ਸਾਰੇ ਹੈਰਾਨ ਹੋ ਗਏ ਵੀ ਅੱਗੇ ਤਾਂ ਜੇ ਕੋਈ ਇਸ ਤਰ੍ਹਾਂ ਕੋਈ ਆ ਜਾਵੇ, ਆਪ ਜੀ ਸਾਨੂੰ ਰੋਕਦੇ ਹੋ ਕਿ ਉਹਦੇ ਕੋਲ ਨਹੀਂ ਜਾਣਾ। ਇਸ ਵਾਰ ਬਾਬਾ ਜੀ ਆਪ ਜੀ ਨੂੰ ਕੀ ਹੋ ਗਿਆ? ਤਾਂ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਉਹ ਤਾਂ ਭਾਈ ਕਲਿਆਣ ਕਰਨ ਵਾਲੇ ਆ। ਉਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਉਹ ਤਾਂ ਅਕਾਲ ਪੁਰਖ ਦਾ ਰੂਪ ਨੇ। ਜਾਓ ਉਹਨਾਂ ਦੀ ਸੇਵਾ ਕਰੋ ਤੇ ਜਨਮ ਸਫਲਾ ਕਰੋ। ਕਹਿਣ ਲੱਗੇ, ਬਾਬਾ ਜੀ ਤੁਹਾਡੇ ਪਾਸ ਇੰਨੀਆਂ ਕਰਾਮਾਤਾਂ, ਤੁਸੀਂ ਤਾਂ ਦਿਨੇ ਤਾਰੇ ਦਿਖਾ ਸਕਦੇ ਹੋ, 2 ਚੰਦ ਦੇ ਦਰਸ਼ਨ ਕਰਵਾ ਸਕਦੇ ਹੋ। ਚੰਦਰਮਾ ਆਪਾਂ ਨੂੰ ਇੱਕ ਨਜ਼ਰ ਆਉਂਦਾ ਨਾ, ਖਾਧਾ ਹੋਇਆ ਦੱਸ ਸਕਦੇ ਹੋ ਵੀ ਬੰਦੇ ਨੇ ਅੱਜ ਕੀ ਖਾਧਾ, ਤੇ ਜੇਬ ਵਿੱਚ ਪੈਸੇ ਕਿੰਨੇ ਆ ਉਹ ਦੱਸ ਸਕਦੇ ਹੋ। ਮਰੀਆਂ ਚੀਜ਼ਾਂ ਨੂੰ ਜਿੰਦਾ ਕਰ ਸਕਦੇ ਹੋ, ਮਰੇ ਲੋਕਾਂ ਨੂੰ। ਤੁਸੀਂ ਉਹਨਾਂ ਦਾ ਇੰਨਾ ਸਤਿਕਾਰ ਕਿਉਂ ਕਰਦੇ ਹੋ? ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਜੋ ਉਹਨਾਂ ਦੇ ਪਾਸ ਆ ਨਾ, ਉਹ ਸਾਡੇ ਪਾਸ ਨਹੀਂ ਹੈ। ਤੁਹਾਨੂੰ ਜੋ ਦੇਖਣ ਨੂੰ ਲੱਗਦਾ ਇੰਨੀਆਂ ਰਿੱਧੀਆਂ ਸਿੱਧੀਆਂ, ਇਹ ਸਾਨੂੰ ਉਹਨਾਂ ਕੋਲੋਂ ਹੀ ਪ੍ਰਾਪਤ ਹੋਈਆਂ, ਉਹਨਾਂ ਦੀ ਗੱਦੀ ਤੋਂ ਹੀ ਪ੍ਰਾਪਤ ਹੋਈਆਂ। ਜਾਓ ਉਹਨਾਂ ਪਾਸੋਂ ਨਾਮਦਾਨ ਪ੍ਰਾਪਤ ਕਰੋ, ਤੇ ਨਾਲੇ ਉਹ ਮਹਾਬਲੀ ਯੋਧੇ ਸੂਰਮੇ, ਧਰਮ ਦੀ ਰੱਖਿਆ ਕਰਨ ਵਾਲੇ ਆ, ਗਿਆਨ ਦੇ ਸਮੁੰਦਰ ਹਨ। ਜਦੋਂ ਬਾਬਾ ਰਾਮ ਰਾਏ ਜੀ ਨੇ ਸਤਿਗੁਰੂ ਮਹਾਰਾਜ ਦੀ ਉਸਤਤ ਕੀਤੀ ਨਾ, ਇਹਨਾਂ ਦੇ ਜਿੰਨੇ ਵੀ ਬਣੇ ਹੋਏ ਸਿੱਖ ਸ਼ਰਧਾਲੂ ਸੀ ਹੈਰਾਨ ਰਹਿ ਗਏ ਕਿ ਅੱਜ ਤੱਕ ਬਾਬਾ ਜੀ ਨੇ ਕਿਸੇ ਦੀ ਇੰਨੀ ਸੋਭਾ ਨਹੀਂ ਕੀਤੀ। ਕਹਿਣ ਲੱਗੇ, ਕਿਉਂ ਸੋਭਾ ਕਰਦੇ ਹੋ? ਬਾਬਾ ਜੀ ਕਹਿਣ ਲੱਗੇ, ਮੇਰੇ ਕੋਲ ਤੁਸੀਂ ਕਰਾਮਾਤਾਂ ਦੇਖੀਆਂ ਨੇ ਨਾ, ਚਮਤਕਾਰ ਦੇਖਿਆ ਹੁੰਦੇ, ਉਹਨਾਂ ਕੋਲ ਭਗੌਤੀ ਦਾ ਚਮਤਕਾਰ ਆ। ਸ੍ਰੀ ਭਗੌਤੀ ਜੀ ਸਹਾਏ, ਅਕਾਲ ਪੁਰਖ ਦੀ ਉਹਨਾਂ ਕੋਲ ਸ਼ਕਤੀ ਹੈ। ਇੱਕ ਅਕਾਲ ਪੁਰਖ ਭਗੌਤੀ ਦਾ ਨਾਮ, ਇੱਕ ਉਹਨਾਂ ਪਾਸ ਜੋ ਸ਼੍ਰੀ ਸਾਹਿਬ ਆ, ਕਿਰਪਾਨ ਮਹਾਰਾਜ ਕੋਲ ਜਿਹੜੇ ਸ਼ਸਤਰ ਆ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰੇ ਅਰ ਤੀਰ,
ਇਹਨਾਂ ਦੇ ਸਹਾਰੇ ਉਹ ਕਰਾਮਾਤ ਪ੍ਰਗਟ ਕਰਦੇ ਆ। ਉਹਨਾਂ ਲੋਕਾਂ ਦੇ ਪੈਰ ਕੱਟਦੇ ਆ ਜਿਹੜੇ ਜ਼ੁਲਮ ਕਰਨਾ ਚਾਹੁੰਦੇ ਆ, ਵੱਧਦੇ ਹੋਏ ਕਦਮਾਂ ਨੂੰ ਰੋਕ ਲੈਂਦੇ ਆ। ਇਹੀ ਉਹਨਾਂ 'ਚ ਵੱਡੀ ਕਰਾਮਾਤ ਆ। ਫਿਰ ਇਹ ਵੱਡੀ ਕਰਾਮਾਤ ਹੈ ਕਲਗੀਧਰ ਜੀ ਦੇ ਵਿੱਚ। ਕਿਸੇ ਤੋਂ ਕਿੱਡੀ ਵੀ ਗਲਤੀ ਹੋ ਜੇ ਮਹਾਰਾਜ ਜੀ ਉਹਨੂੰ ਮਾਫ ਕਰ ਦਿੰਦੇ ਆ। ਜੇ ਕੋਈ ਸ਼ਰਨ ਪੈ ਜੇ ਨੀਵਾਂ ਹੋ ਕੇ ਆਵੇ, ਪਰ ਜੇ ਕੋਈ ਹੰਕਾਰਿਆ ਹੋਵੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਉਹਦਾ ਵੱਧ ਵੀ ਕਰ ਦਿੰਦੇ ਆ। ਤਾਂ ਜਦੋਂ ਉਸਤਤ ਕੀਤੀ ਨਾ, ਸਾਰੇ ਮੁਖੀਏ ਸਤਿਗੁਰੂ ਮਹਾਰਾਜ ਦੇ ਸ਼ਰਧਾਲੂ ਬਣ ਕੇ ਵਾਪਸ ਆ ਗਏ ਆ ਜੀ। ਪੌਂਟਾ ਸਾਹਿਬ ਪੁੱਜੇ ਆ, ਘਰੋਂ ਘਰੀ ਨਹੀਂ ਗਏ, ਸਿੱਧੇ ਸਤਿਗੁਰੂ ਦੀ ਹਜ਼ੂਰੀ ਵਿੱਚ ਪੁੱਜੇ ਆ। ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸਾਂ ਨੂੰ ਰਾਮ ਰਾਏ ਜੀ ਨੇ ਭੇਜਿਆ ਤੁਸਾਂ ਦੇ ਪਾਸ। ਬਾਬਾ ਰਾਮ ਰਾਏ ਜੀ ਜਿਹੜੇ 7ਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦੇ ਪੁੱਤਰ ਨੇ, ਅੱਜ ਤੋਂ ਤੁਸਾਂ ਦੇ ਚਰਨ ਸੇਵਕ ਹੋਏ ਆ। ਸਾਨੂੰ ਉਹਨਾਂ ਨੇ ਇਹ ਜਿਹਾ ਕਰਨ ਲਈ ਕਿਹਾ। ਅਸਾਂ ਨੂੰ ਨਾਮ ਬਖਸ਼ੋ ਜੀ, ਮਹਾਰਾਜ ਸਿੱਖੀ ਬਖਸ਼ੋ ਜੀ, ਆਪਣੇ ਮਾਰਗ ਤੇ ਚਲਾਓ ਜੀ। ਅੱਗੇ ਦਾ ਡਰ ਰਾਤ ਦਿਨੇ ਆਰਾਮ ਨਾਲ ਜੀਵਨ ਨਹੀਂ ਕੱਟਣ ਦਿੰਦਾ। ਦਰਗਾਹ ਦਾ ਰਸਤਾ ਸਾਫ਼ ਨਹੀਂ ਹੋਇਆ, ਰਿੱਧ ਸਿੱਧ 'ਚ ਫਸ ਕੇ ਰਹਿ ਗਏ ਆ। ਰਿੱਧ ਸਿੱਧ ਸਭ ਮੋਹ ਹੈ। ਮਹਾਰਾਜ ਕਹਿੰਦੇ ਭਾਈ ਨਾਮ ਨਾ ਬਸੈ ਮਨ ਆਏ। ਇਹਨਾਂ ਰਿੱਧੀਆਂ ਸਿੱਧੀਆਂ ਨਾਲ ਕੀ ਹੁੰਦਾ, ਬੰਦਾ ਕਈ ਵਾਰੀ ਪ੍ਰਭਾਵਿਤ ਕਰਨ ਲਈ ਦੂਜੇ ਨੂੰ ਦਿਖਾਉਣ ਲੱਗ ਜਾਂਦਾ, ਨਾਮ ਬਸਦਾ ਹੀ ਨਹੀਂ ਦਿਲ ਵਿੱਚ। ਉਸ ਵਕਤ ਗੁਰੂ ਮਹਾਰਾਜ ਨੇ ਬਚਨ ਕੀਤੇ, ਭਾਈ ਉਹ ਸਭ ਕੁਝ ਹੋ ਜਾਵੇਗਾ। ਕਹਿੰਦੇ ਜੀ ਸਾਡੇ ਡਰ ਦੂਰ ਕਰ ਦਿਓ, ਨਾਮ ਕਿਵੇਂ ਜਪਣਾ ਵਿਧੀ ਦੱਸ ਦਿਓ, ਨਾਲ ਹੀ ਦੱਸੋ ਵੀ ਕੀ ਸੇਵਾ ਕਰੀਏ। ਮਹਾਰਾਜ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਮੂਲ ਮੰਤਰ ਦਾ ਜਾਪ ਕਰਿਆ ਕਰੋ। ਇਹ ਬਾਬਾ ਨਾਨਕ ਜੀ ਦੀ ਕਿਰਪਾ। ਗੁਰੂ ਘਰ ਦੀ ਸੇਵਾ ਕਰੋ। ਤੁਸਾਂ ਦੇ ਇਲਾਕੇ 'ਚ ਇੱਕ ਕਿਲਾ ਤਿਆਰ ਹੋ ਰਿਹਾ, ਸਤਿਗੁਰੂ ਮਹਾਰਾਜ ਜੀ ਨੇ ਆਖਿਆ ਇਹਦੇ ਵਿੱਚ ਹੀ ਸੇਵਾ ਕਰ ਦਿਓ। ਸਤਿਗੁਰੂ ਮਹਾਰਾਜ ਨਾਲ ਬੈਠੇ ਸੀ ਮੁਖੀ ਸਿੱਖਾਂ ਵਿੱਚੋਂ ਭਾਈ ਸੰਗੋ ਸ਼ਾਹ ਜੀ। ਕਹਿਣ ਲੱਗੇ ਸੇਵਾ ਤੋਂ ਮੇਵਾ ਮਿਲਦਾ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਆ ਉਹਨਾਂ ਨੇ ਮੂੰਹੋਂ ਮੰਗੀਆਂ ਮੁਰਾਦਾਂ ਪਾਈਆਂ ਨੇ। ਸਾਰਿਆਂ ਨੂੰ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ। ਉਹ ਗੁਰੂ ਘਰ ਦੀ ਸੇਵਾ ਕਰਨ ਲੱਗੇ ਆ ਜੀ। ਸ੍ਰੀਨਗਰ ਦਾ ਰਾਜਾ ਫਤਿਹ ਸ਼ਾਹ, ਉਹ ਵੀ ਬਾਬਾ ਰਾਮ ਰਾਏ ਦਾ ਚੇਲਾ ਸੀਗਾ। ਜਦੋਂ ਬਾਬਾ ਰਾਮ ਰਾਏ ਜੀ ਨੂੰ ਮਿਲਿਆ, ਉਸ ਕੋਲ ਵੀ ਬਾਬਾ ਰਾਮ ਰਾਏ ਜੀ ਨੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬੜੀ ਉਸਤਤ ਕੀਤੀ, ਸੋਭਾ ਕੀਤੀ ਹੈ। ਉਸਤਤ ਇੰਨੀ ਕੀਤੀ, ਰਾਜਾ ਫਤਿਹ ਸ਼ਾਹ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਉਤਾਵਲਾ ਹੋ ਗਿਆ। ਆਪਣੇ ਰਾਜ ਵਿੱਚ ਪਹੁੰਚਿਆ, ਵਜ਼ੀਰਾਂ ਨਾਲ ਸਲਾਹ ਕੀਤੀ, ਸਤਿਗੁਰੂ ਜੀ ਵੱਲ ਆਇਆ। ਵਜ਼ੀਰ ਬੜਾ ਸਿਆਣਾ ਸੀ, ਉਹਨੇ ਪਹਿਲਾਂ ਮਸੰਦ ਮੇਵੜਿਆਂ ਕੋਲੋਂ ਗੁਰੂ ਘਰ ਦੀ ਮਰਿਆਦਾ ਦਾ ਪਤਾ ਕੀਤਾ ਵੀ ਮਹਾਰਾਜ ਦੀ ਮਰਿਆਦਾ ਕੀ ਆ, ਵੀ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਪ੍ਰਸੰਨ ਹੁੰਦੇ ਆ। ਫਿਰ ਉਹਨੇ ਉਹ ਭਟਾਵਾਂ ਲਈਆਂ। ਰਾਜੇ ਵੱਲੋਂ ਇਉਂ ਬੇਨਤੀ ਕੀਤੀ, ਰਾਜਾ ਫਤਿਹ ਸ਼ਾਹ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਦਾ ਚੇਲਾ ਹੈ, ਪਰ ਅਸੀਂ ਜਾਣਿਆ ਕਿ ਬਾਬਾ ਰਾਮ ਰਾਏ ਜੀ ਆਪ ਜੀ ਦੇ ਮਰੀਦ ਆ। ਉਹ ਤਾਂ ਆਪ ਜੀ ਦਾ ਨਾਮ ਬਾਰ-ਬਾਰ ਜਪਦੇ ਆ, ਤੁਹਾਡੀ ਸੋਭਾ ਕਰਦੇ ਆ। ਹੁਣ ਰਾਜਾ ਫਤਿਹ ਸ਼ਾਹ ਆਪਣੇ ਗੁਰੂ ਦੇ ਗੁਰੂ ਨੂੰ ਮਿਲਣਾ ਚਾਹੁੰਦਾ। ਬਾਬਾ ਰਾਮ ਰਾਏ ਜੀ ਪਹਿਲਾਂ ਅਸੀਂ ਗੁਰੂ ਧਾਰਨ ਕੀਤੇ, ਹੁਣ ਗੁਰੂ ਦਾ ਗੁਰੂ ਉਹ ਤੁਹਾਨੂੰ ਪੂਜਦੇ ਅੱਗੇ, ਇਸ ਕਰਕੇ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਕਈ ਭੁਲੇਖੇ ਮਨ ਵਿੱਚ ਆ, ਕੁਝ ਦੂਰ ਹੋ ਗਏ ਆ, ਕੁਝ ਦੂਰ ਹੋ ਜਾਣਗੇ ਆਪ ਜੀ ਦੇ ਦਰਸ਼ਨ ਕਰਕੇ। ਖਿਮਾ ਕਰਨੀ, ਦਇਆ ਦੀ ਦ੍ਰਿਸ਼ਟੀ ਰੱਖਣੀ ਜੀ, ਕਿਰਪਾ ਕਰਨੀ ਮਹਾਰਾਜ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਦੇਖੋ ਸਾਨੂੰ ਤੁਹਾਡੇ ਵੱਲੋਂ ਦਿੱਤੇ ਹੋਏ ਕਿਸੇ ਤਰ੍ਹਾਂ ਦੇ ਨਜ਼ਰਾਨੇ ਦੀ ਤਾਂ ਲੋੜ ਨਹੀਂ, ਅਸੀਂ ਤਾਂ ਪ੍ਰੇਮ ਤੇ ਸਿੱਖੀ ਦੇ ਭੁੱਖੇ ਹਾਂ। ਰਹਿਤ ਵਾਲੇ ਸਿੱਖ ਹੋਣ, ਸਾਨੂੰ ਇਹ ਗੱਲ ਬੜੀ ਚੰਗੀ ਲੱਗਦੀ ਆ। ਅਸਾਂ ਨੂੰ ਨਾ ਤੇ ਰਾਜ ਦੀ ਗਰਜ ਆ, ਮਹਾਰਾਜ ਕਹਿੰਦੇ ਨਾ ਲਾਲਚ ਆ ਵੀ ਅਸੀਂ ਇਲਾਕੇ ਥੋੜ੍ਹੀ ਮੱਲਣੇ ਆ। ਮਹਾਰਾਜ ਜੀ ਦਾ ਇਹ ਜ਼ਿੰਦਗੀ ਦਾ ਸਿਧਾਂਤ ਇਹ ਨਹੀਂ ਵੀ ਇਲਾਕੇ ਮੱਲ ਲੈਣਾ, ਯਾਦ ਰੱਖਣਾ ਗੁਰੂ ਜੀ ਦਾ ਉਦੇਸ਼ ਨਹੀਂ ਸੀ ਇਲਾਕੇ ਮੱਲਣਾ ਵੀ ਫਲਾਣੀ ਜਗ੍ਹਾ ਤੇ ਕਿਲਾ ਬਣਾ ਲਿਆ, ਕਬਜ਼ਾ ਕਰ ਲਿਆ। ਇਹ ਤਾਂ ਛੋਟੇ-ਮੋਟੇ ਰਾਜਿਆਂ ਦੀ ਸੋਚ ਹੁੰਦੀ ਆ। ਮਾਇਆ ਤਾਂ ਮਹਾਰਾਜ ਕਹਿੰਦੇ ਬਾਬਾ ਨਾਨਕ ਜੀ ਦੇ ਘਰ ਦੀ ਦਾਸੀ ਆ।
ਇਹ ਤਾਂ ਉਹਦੀ ਸੇਵਕ ਬਣ ਕੇ ਰਹਿੰਦੀ ਆ। ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਅਕਾਲ ਪੁਰਖ ਨੂੰ ਪਿਆਰ ਕਰਦਾ, ਅਸੀਂ ਤਾਂ ਭਾਈ ਉਹਨੂੰ ਪਿਆਰ ਕਰਦੇ ਹਾਂ। ਸਾਡੇ ਜੀਵਨ ਦਾ ਨਿਸ਼ਾਨਾ ਹੈ ਧਰਮ ਦਾ ਪ੍ਰਚਾਰ ਕਰਨਾ, ਦੁਸ਼ਟਾਂ ਦਾ ਨਾਸ ਕਰਨਾ। ਭਗਉਤੀ ਦਾ ਚਮਤਕਾਰ ਆ ਇਹ। ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਸ਼ਕਤੀ ਆ, ਸ੍ਰੀ ਭਗਉਤੀ ਜੀ ਸਹਾਏ। ਦੇਖੋ ਜੀ, ਆਪਾਂ ਵੇਖਦੇ ਹਾਂ ਗੁਰੂ ਪਿਆਰਿਓ, ਅੱਜ ਜਿਹੜੇ ਲੋਕ ਆ ਕੁੱਟ ਖਾ ਰਹੇ ਆ, ਉਹ ਤਾਂ ਹੀ ਖਾ ਲੈਂਦੇ ਵੀ ਉਹਨਾਂ ਕੋਲ ਆਪਣੇ ਕੋਲ ਕੋਈ ਹਥਿਆਰ ਨਹੀਂ ਹੁੰਦਾ, ਸ਼ਸਤਰ ਨਹੀਂ ਹੁੰਦਾ। ਤੇ ਮਹਾਰਾਜ ਨੇ ਆਖਿਆ ਕੋਈ ਮਾੜਾ ਕਮਜ਼ੋਰ ਬੰਦਾ ਵੀ ਹੋਵੇ ਨਾ, ਉਹਦੇ ਕੋਲ ਹਥਿਆਰ ਹੋਵੇ, ਬੰਦਾ ਉਹ ਤੋਂ ਡਰਦਾ, ਭੈ ਲੱਗਦਾ ਉਹ ਤੋਂ। ਆਪਾਂ ਵੇਖਦੇ ਹਾਂ ਵੀ ਜਿਹਦੇ ਹੱਥ ਵਿੱਚ ਹਥਿਆਰ ਆ, ਕਿਸੇ ਨੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਪਹਿਨਿਆ ਹੋਵੇ, ਸਰੀਰ ਕਰਕੇ ਭਾਵੇਂ ਪਤਲਾ ਕਮਜ਼ੋਰ ਹੋਵੇ, ਪਰ ਉਹ ਤੋਂ ਭੈ ਆਊਗਾ। ਕਿਉਂ? ਕਿਉਂਕਿ ਉਹਦੇ ਕੋਲ ਸ਼ਸਤਰ ਆ, ਹਥਿਆਰ ਆ ਜੀ। ਤੇ ਜੇ ਬਹੁਤ ਨਿਡਰ ਬੰਦਾ ਹੋਵੇ, ਇੱਕ ਪਾਸੇ ਬਲੀ ਹੋਵੇ, ਸਰੀਰ ਕਰਕੇ ਤਕੜਾ ਹੋਵੇ, ਉਹ ਉਹਨਾਂ ਆਪਾਂ ਨੂੰ ਡਰ ਨਹੀਂ ਆਉਣਾ ਜਿੰਨਾ ਹਥਿਆਰ ਵਾਲੇ ਤੋਂ ਡਰ ਆਊਗਾ। ਤਾਂ ਸ਼ਸਤਰ ਕੇ ਅਧੀਨ ਹੈ ਰਾਜ। ਮਹਾਰਾਜ ਕਹਿੰਦੇ ਭਾਈ ਅਸਾਂ ਦਾ ਨਿਸ਼ਾਨਾ ਪ੍ਰੇਮ ਆ, ਧਰਮ ਦਾ ਪ੍ਰਚਾਰ ਕਰਨਾ। ਪਰ ਜਿਹੜੇ ਆ ਦੁਸ਼ਟ ਨੇ, ਕੌਮ ਦੇ ਉੱਪਰ ਫੋੜਾ ਬਣ ਕੇ ਉੱਗ ਪਏ ਨੇ, ਰਿਸ ਰਹੇ ਨੇ, ਇਹਨਾਂ ਨੂੰ ਕੱਟਣਾ ਵੀ ਸਾਡਾ ਧਰਮ। ਮਹਾਰਾਜ ਕਹਿੰਦੇ ਸਮਾਜ, ਮਨੁੱਖਤਾ ਤੇ ਧਰਮ ਦੇ ਜਿਹੜੇ ਵੈਰੀ ਆ ਨਾ, ਉਹਨਾਂ ਨੂੰ ਸੋਧਾ ਲਾਉਣਾ ਵੀ ਸਾਡਾ ਧਰਮ ਆ। ਹਾਂ, ਪਰ ਜਿਹੜੇ ਧਰਮੀ ਪੁਰਖ ਆ, ਸੰਤ ਜਨ ਆ, ਗੁਣੀ ਆ, ਵਿਦਵਾਨ ਆ, ਉਹਨਾਂ ਦਾ ਆਦਰ ਆ ਜੀ, ਉਹਨਾਂ ਦਾ ਸਤਿਕਾਰ ਆ। ਇਸ ਵਾਸਤੇ ਤੁਸੀਂ ਰਾਜਾ ਸਾਹਿਬ ਨੂੰ ਜਾ ਕੇ ਕਹਿ ਦਿਓ ਅਸੀਂ ਭਲਾ ਪੁਰਸ਼ਾਂ ਦੇ ਸਦਾ ਹੀ ਸੰਗੀ ਆ। ਰਾਜਾ ਜਿਹੜਾ ਹੈ ਨਾ, ਉਹ ਫਤਿਹ ਸ਼ਾਹ, ਉਹਨੂੰ ਜਾ ਕੇ ਆਖ ਦੇਣਾ ਕੋਈ ਵੀ ਚੰਗੀ ਨੀਅਤ ਨਾਲ ਗੁਰੂ ਘਰ ਆਵੇਗਾ, ਉਹਨੂੰ ਦੇਗ ਦਿੱਤੀ ਜਾਵੇਗੀ, ਤੇ ਜੇ ਕੋਈ ਚੜ੍ਹ ਕੇ ਆਵੇਗਾ ਤਾਂ ਉਹਨੂੰ ਤੇਗ ਦਿੱਤੀ ਜਾਵੇਗੀ। ਗੁਰੂ ਪਿਆਰਿਓ, ਮਹਾਰਾਜ ਨੇ ਆਪ ਆਖਿਆ। ਤਾਂ ਉਦੋਂ ਫਿਰ ਆਖਿਆ ਜਾ ਕੇ ਆਪਣੇ ਰਾਜੇ ਫਤਿਹ ਸ਼ਾਹ ਨੂੰ ਕਹਿ ਦਿਓ, ਜੇ ਉਹ ਦਰਸ਼ਨ ਕਰਨਾ ਚਾਹੁੰਦੇ ਆ ਗੁਰੂ ਘਰ ਦੇ, ਇਹ ਮਰਿਆਦਾ ਵਿੱਚ ਰਹਿ ਕੇ, ਤਾਂ ਜੀ ਆਇਆਂ, ਸਤਿਕਾਰ ਆ। ਇਸ ਵਾਸਤੇ ਰਾਜਾ ਭਗਵਾਨ ਦੇ ਨਾਮ ਦਾ ਸਿਮਰਨ ਕਰੇ। ਤੁਸੀਂ ਪੁੱਛ ਰਹੇ ਹੋ ਨਾ ਵਿਧੀ। ਇਸ ਅਕਾਲ ਪੁਰਖ ਨੇ ਉਹਨੂੰ ਰਾਜ ਦਿੱਤਾ, ਰਾਜਾ ਭੁੱਲਿਆ ਵਿਆ ਉਹ ਰੱਬ ਨੂੰ। ਉਹ ਰੱਬ ਨੂੰ ਚੇਤੇ ਕਰੋ, ਅੱਲਾ ਨੂੰ, ਰਾਮ ਨੂੰ, ਆਪਣੇ ਖੁਦਾ ਨੂੰ। ਰਾਜ ਨਾਲ ਪਿਆਰ ਨਾ ਕਰੇ ਤਾਂ ਉਹ ਰੱਬ ਨਾਲ ਪਿਆਰ ਕਰੇ। ਰਾਜ ਬਖਸ਼ਣ ਵਾਲੇ ਨਾਲ ਪਿਆਰ ਕਰੇਗਾ ਰਾਜਾ ਫਤਿਹ ਸ਼ਾਹ, ਤੇ ਕਿਰਪਾ ਹੋ ਜਾਵੇਗੀ। ਸਿਆਣਾ ਸੀ ਵਜ਼ੀਰ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ, ਬਹੁਤ ਸਾਰੀ ਰਕਮ ਲਿਆਇਆ, ਭੇਟਾ ਕੀਤੀ, ਆਪਣੇ ਰਾਜ ਵੱਲ ਚਲਾ ਗਿਆ। ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਕਿਲ੍ਹਾ ਤਿਆਰ ਸੀਗਾ ਉੱਥੇ ਹੋ ਰਿਹਾ, ਉੱਥੇ ਸੇਵਾ ਵੀ ਕਰਵਾਈ ਆ। ਪਹਾੜ ਦੀਆਂ ਕੁੱਖਾਂ ਵਿੱਚ ਵਸਣ ਵਾਲੇ ਗਰੀਬ ਭੋਲੇ ਭਾਲੇ ਲੋਕ ਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ ਜੀ। ਮਹਾਰਾਜ ਜੀ ਦੀ ਇਹ ਕਥਾ ਹੈ। ਰਾਜਾ ਮੇਦਨੀ ਪ੍ਰਕਾਸ਼, ਰਾਜਾ ਫਤਿਹ ਸ਼ਾਹ, ਮਾਮੂਲੀ ਜੀਆਂ ਗੱਲਾਂ ਤੋਂ ਵੈਰ ਭਾਵਨਾ ਇਹਨਾਂ 'ਚ ਸੀਗੀ, ਲੜਦੇ ਰਹਿੰਦੇ ਸੀ ਵੀ ਐਵੇਂ ਲੜਾਈ ਹੋ ਜਾਣੀ, ਵੀ ਗੱਲ ਕਈ ਵਾਰੀ ਹੁੰਦੀ ਨਹੀਂ। ਆਪਾਂ ਵੇਖਿਆ ਹੀ ਆ ਵੀ ਮੱਲੋ ਮੱਲੀ ਕਈ ਐਵੇਂ ਹੀ ਆ ਕੇ ਲੜਾਈ ਸ਼ੁਰੂ ਕਰ ਦਿੰਦੇ ਆ। ਸਤਿਗੁਰੂ ਮਹਾਰਾਜ ਨੇ ਇਹਨਾਂ ਦੀ ਸੁਲ੍ਹਾ ਕਰਵਾਈ। ਹਿੰਦੂ ਰਿਆਸਤਾਂ ਦੀ ਪਾਟੋ ਧਾੜ ਤੇ ਖਾਨਾ ਜੰਗੀ ਨੇ ਤਾਂ ਭਾਰਤ ਦੇਸ਼ ਨੂੰ ਗੁਲਾਮ ਬਣਾਇਆ ਹੋਇਆ ਸੀ ਪਰਦੇਸੀਆਂ ਦਾ। ਮਹਾਰਾਜ ਨਹੀਂ ਸੀ ਚਾਹੁੰਦੇ ਇਹਨਾਂ ਦੋਨਾਂ ਰਾਜਿਆਂ ਦੇ ਵਿੱਚ ਲੜਾਈ ਹੋਵੇ। ਗੁਰੂ ਮਹਾਰਾਜ ਨੇ ਇਹਨਾਂ ਨੂੰ ਸਿੱਖੀ ਦੇ ਸਿਧਾਂਤ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਉਹ ਸਾਰੇ ਸਿਧਾਂਤ, ਵੇਦਾਂ ਦੀ ਰੀਤੀ ਜਿਹੜੀ ਸੀ ਸਮਝਾਈ ਆ। ਰਾਜਾ ਮੇਦਨੀ ਪ੍ਰਕਾਸ਼ ਕਹਿਣ ਲੱਗਾ, ਮਹਾਰਾਜ ਮੈਂ ਲੜਾਈ ਨਹੀਂ ਲੜਨਾ ਚਾਹੁੰਦਾ। ਪਰ ਰਾਜਾ ਫਤਿਹ ਸ਼ਾਹ ਕਰਾਹੇ ਤੁਰ ਰਿਹਾ, ਮਾੜੇ ਆਦਮੀਆਂ ਦੇ ਆਖੇ ਲੱਗ ਕੇ ਵਾਧੂ ਘਾਟੂ ਗੱਲਾਂ ਕਰਦਾ। ਮਹਾਰਾਜ ਨੇ ਆਪਣੇ ਮਾਮਾ ਜੀ ਕਿਰਪਾਲ ਚੰਦ ਜੀ ਨੂੰ ਤਿਆਰ ਕੀਤਾ, ਉਹਨਾਂ ਨੂੰ ਪ੍ਰੇਮ ਦਾ ਸੰਦੇਸ਼ ਲੈ ਕੇ ਰਾਜੇ ਫਤਿਹ ਸ਼ਾਹ ਕੋਲ ਜਾਣ ਲਈ ਕਿਹਾ। ਵੀ ਆਖਿਆ ਵੀ ਰਾਜਾ ਮੇਦਨੀ ਪ੍ਰਕਾਸ਼, ਤੁਹਾਡੀ ਸੁਲ੍ਹਾ ਕਰਵਾਉਣੀ ਆ, ਸਮਝੌਤਾ ਕਰਵਾਉਣਾ ਨਾਹਨ ਦੇ ਰਾਜੇ ਦੇ ਨਾਲ, ਮੇਦਨੀ ਪ੍ਰਕਾਸ਼ ਦੇ ਨਾਲ, ਤੇ ਸਤਿਗੁਰੂ ਮਹਾਰਾਜ ਤੁਹਾਡਾ ਸਮਝੌਤਾ ਕਰਵਾਉਣਾ ਚਾਹੁੰਦੇ ਆ। ਮਾਮਾ ਕਿਰਪਾਲ ਚੰਦ ਜੀ ਪਹੁੰਚੇ ਆ ਸ੍ਰੀਨਗਰ ਸ਼ਹਿਰ ਦੇ ਵਿੱਚ। ਅੱਗੇ ਰਾਜਾ ਫਤਿਹ ਸ਼ਾਹ ਰਾਜ ਭਵਨ ਵਿੱਚ ਸੀਗਾ, ਸਾਰੀਆਂ ਗੱਲਾਂ ਜਾ ਕੇ ਦੱਸ ਦਿੱਤੀਆਂ। ਇਸ ਤਰ੍ਹਾਂ ਮਹਾਰਾਜ ਜੀ ਦੇ ਮਾਮਾ ਜੀ ਜਾਣ ਕੇ ਉਹਨਾਂ ਦੀ ਬੜੀ ਸੇਵਾ ਕੀਤੀ ਆ ਜੀ। ਤੇ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਸੀ ਨਾ ਵੀ ਸੇਵਾ ਕਰਿਓ, ਸਿਮਰਨ ਕਰਿਓ,
ਰਾਜ ਦੇਣ ਵਾਲੇ ਨੂੰ ਚੇਤੇ ਕਰਿਓ, ਰਾਜ ਭਾਗ ਗੱਦੀਆਂ ਨੂੰ ਨਾ ਚੇਤੇ ਕਰਦੇ ਰਹਿ ਜਿਓ। ਅਕਾਲ ਪੁਰਖ ਦੀ ਪੂਜਾ ਕਰੋ, ਪਰਜਾ ਦੀ ਸੇਵਾ ਕਰੋ। ਸਾਰਾ ਸੰਦੇਸ਼ ਦਿੱਤਾ। ਫਿਰ ਮਹਾਰਾਜ ਨੇ ਇਹਨਾਂ ਦੀ ਸੁਲ੍ਹਾ ਕਰਵਾਈ। ਗੁਰਮੁਖੋ, ਤੇ ਬਾਬਾ ਰਾਮ ਰਾਏ ਜੀ ਨੇ ਆਖਿਆ, 10ਵੇਂ ਪਾਤਸ਼ਾਹ ਜੀ ਧੰਨ, ਮੇਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਮੈਂ ਕੀ ਕਹਾਂ। ਇਹ ਗੱਦੀ ਗੁਰੂ ਨਾਨਕ ਦੇ ਘਰ ਦੀ ਆ, ਇੱਥੋਂ ਹੀ ਸਭ ਕੁਝ ਮੈਨੂੰ ਮਿਲਿਆ ਸੀ। ਪਰ ਮੈਂ ਬਾਣੀ ਦੀ ਇੱਕ ਪੰਕਤੀ ਬਦਲੀ, ਜਿਹਦੀ ਸਜ਼ਾ ਏਡੀ ਵੱਡੀ ਮਿਲੀ। ਗੁਰੂ ਪਿਤਾ ਜੀ ਨੇ ਮੈਨੂੰ ਆਖਿਆ, ਜਿੱਧਰ ਮੌਖਾ ਉੱਧਰ ਚਲਾ ਜਾ, ਸਾਡਾ ਕੋਈ ਨਾਤਾ ਨਹੀਂ। ਤੇ 10ਵੇਂ ਪਾਤਸ਼ਾਹ ਜੀ ਇੰਨੇ ਦਿਆਲੂ ਕਿਰਪਾਲੂ, ਬਾਬਾ ਰਾਮ ਰਾਏ ਜੀ ਨੂੰ ਵੀ ਉਹਨਾਂ ਨੇ ਮਾਫ ਕਰਤਾ ਸੀ। ਇਹ ਬਹੁਤ ਇਤਿਹਾਸਕਾਰਾਂ ਦੀ ਖੋਜ ਆ ਜੀ, ਕਿਉਂਕਿ ਉਹਨਾਂ ਨੇ ਮਾਫੀ ਮੰਗ ਲਈ ਸੀ। ਇਸ ਤਰ੍ਹਾਂ ਹੌਲੀ ਹੌਲੀ ਫਿਰ ਉਹ ਗੁਰੂ ਘਰ ਦੇ ਪ੍ਰੇਮੀ ਬਣ ਗਏ, ਸ਼ਰਧਾਲੂ ਬਣ ਗਏ। ਬਾਬਾ ਰਾਮ ਰਾਏ ਜੀ ਕਹਿੰਦੇ, ਮੇਰੇ 'ਚ ਕਿਹੜੀਆਂ ਕਰਾਮਾਤਾਂ, ਜੋ 10ਵੇਂ ਪਾਤਸ਼ਾਹ ਜੀ ਦੀ ਭਗਉਤੀ, ਅਕਾਲ ਪੁਰਖ ਦੀ ਕਿਰਪਾ ਨਾਲ ਉਹਨਾਂ ਦੀ ਸ਼੍ਰੀ ਸਾਹਿਬ, ਉਹਨਾਂ ਦੇ ਬਚਨਾਂ ਵਿੱਚ ਜਿਹੜੀ ਕਰਾਮਾਤ ਆ ਨਾ, ਮੇਰੀ ਕਰਾਮਾਤ ਉਹਦੇ ਅੱਗੇ ਬਿਲਕੁਲ ਫਿੱਕੀ ਆ। ਸੱਚ ਕਰਕੇ ਜਾਣਿਓ, ਪਹਾੜਾਂ ਵਿੱਚ ਬਹੁਤ ਸੰਗਤ ਮਹਾਰਾਜ ਦੀ ਸ਼ਰਧਾਲੂ ਬਣੀ, ਸਾਰਿਆਂ ਨੂੰ ਗਿਆਨ ਆਇਆ। ਪੌਂਟਾ ਨਗਰ ਮਹਾਰਾਜ ਨੇ ਉੱਥੇ ਵਸਾਇਆ। ਗੁਰੂ ਦੀ ਬੜੀ ਕਿਰਪਾ ਹੋ ਗਈ ਜੀ। ਤਾਂ ਇਹ ਗੁਰੂ ਪਾਤਸ਼ਾਹ ਜੀ ਦੀ ਪਾਵਨ ਕਥਾ ਸੀ। ਕਥਾ ਵਿਚਾਰਦਿਆਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਜੀ। ਅੰਮ੍ਰਿਤ ਛਕੋ ਗੁਰੂ ਪਿਆਰਿਓ, ਸਿੰਘ ਸਜੋ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।